कल आपां जिक्र कीता सी उस जंग दा जो सरसे दे पाणियां नूं पार करदियां होई है, और आपां अज जिक्र कर रहे हैं उस संसार दे अनोखे जंग दी जिहड़ी कि कुछ कु ही गुरसिखां वालों पातशाह गुरु गोबिंद सिंह महाराज जी की रहनुमाई हेठ इस आशे के मद्देनज़र लड़ी गई। जो तो प्रेम खेलन का जो तो प्रेम खेलन का सिर तर तली गली मोरिया इत मार्ग पैर तरी जाए सिर दी जाए कान ना की जाए। जो तो प्रेम खिलन का चाओ सिर तर तली गली मोरियाओ इत मार्ग पैर तरीजे सिर दीजे कान न कीजे। ਉਹ ਸੂਰਮੇ ਅੱਜ ਦੀ ਉਸ ਜੰਗ ਨੂੰ ਲੜੇ ਨੇ ਜਿਹੜੀ ਜੰਗ ਦਾ ਸਾਨੀ, ਜਿਸ ਜੰਗ ਦਾ ਮੁਕਾਬਲਾ, ਜਿਸ ਜੰਗ ਦੀ ਹੋਰ ਉਦਾਹਰਣ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ। ਇੱਕ ਆਸਰਾ ਅਕਾਲ ਪੁਰਖ ਦਾ, ਇੱਕ ਆਸਰਾ ਵਾਹਿਗੁਰੂ ਦਾ, ਔਰ ਰਹਿਨੁਮਾਈ ਅਕਾਲ ਪੁਰਖ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਬਲੀ ਮਹਾਰਾਜ ਦੀ। ਲੱਖਾਂ ਜ਼ਾਲਮਾਂ 'ਚ ਕੁਝ ਕੁ ਗਿਣਤੀ ਵਾਲੇ ਸਿੰਘ ਲੜ ਰਹੇ ਸਨ। ਇਹ ਗਾਥਾ ਅਸਲ ਦੇ ਵਿੱਚ ਅਨੋਖੀ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਹੈ ਕਿਉਂਕਿ ਸੰਸਾਰ ਦੇ ਵਿੱਚ ਇਸ ਜੰਗ ਦੇ ਮੁਕਾਬਲੇ ਦੀ ਹੋਰ ਕੋਈ ਜੰਗ ਹੈ ਨਹੀਂ। 21 ਦਸੰਬਰ ਦੀ ਠੰਡੀ ਸਵੇਰ ਔਰ ਸਾਰਾ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਪੜ ਦੇ ਵਿੱਚ ਹੀ ਰਹੇ। ਕੋਟਲਾ ਨਿਹੰਗ ਸਿੰਘ ਦੇ ਪਠਾਨ ਨੇ ਜਾਨ ਤੇ ਖੇਡ ਕੇ ਵੀ ਸਤਿਗੁਰਾਂ ਦੇ ਉੱਤੇ ਕੋਈ ਆਂਚ ਨਹੀਂ ਆਣ ਦਿੱਤੀ। ਪਾਤਸ਼ਾਹ ਦੀ ਹਿਫਾਜ਼ਤ ਦੇ ਲਈ ਉਹ ਖੁਦ ਬਾਹਰ ਖੜਾ ਰਿਹਾ। 21 ਦਸੰਬਰ ਦੀ ਰਾਤ ਨੂੰ ਹੀ ਸਤਿਗੁਰੂ ਜੀ ਚਮਕੌਰ ਜਾਣ ਦਾ ਫੈਸਲਾ ਕਰਦੇ ਨੇ ਔਰ ਉੱਥੋਂ ਦੇ ਜ਼ਮੀਂਦਾਰ ਚੌਧਰੀ ਬੁੱਧੀ ਚੰਦ ਜੀ ਨੇ ਆਪ ਜੀ ਨੂੰ ਆ ਕੇ ਬੇਨਤੀ ਕੀਤੀ ਹੈ ਕਿ ਰੋਪੜ ਦੇ ਖੁੱਲ੍ਹੇ ਮੈਦਾਨ ਦੇ ਨਾਲੋਂ ਹਵੇਲੀ ਦੀ ਕੱਚੀ ਗੜੀ ਦੇ ਵਿੱਚ ਕੁਝ ਬਚਾਅ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਵੀ ਉਸ ਗੜੀ ਦੇ ਵਿੱਚ ਕਈ ਦਿਨ ਕੁਰਕਸ਼ੇਤਰ ਤੋਂ ਮੁੜਦਿਆਂ ਰਹਿ ਚੁੱਕੇ ਨੇ। ਜ਼ਰੂਰਤ ਵੀ ਸਿੱਖਾਂ ਦੇ ਵਿੱਚ ਬਹੁਤ ਭਰੀ ਜਾ ਚੁੱਕੀ ਹੈ। ਪੰਜਾਬ ਦੇ ਲੋਕਾਂ ਦੀ ਇਹ ਜ਼ਰੂਰਤ ਜਿਸ ਦਾ ਨਜ਼ਾਰਾ ਚੌਧਰੀ ਬੁੱਧੀ ਚੰਦ ਜੀ ਦੇ ਆਖੇ ਸ਼ਬਦ ਨੇ, ਕਿਉਂਕਿ ਉਹ ਜਾਣਦਾ ਸੀ ਕਿ ਸਤਿਗੁਰਾਂ ਦੇ ਪਿੱਛੇ ਮੁਗਲ ਫੌਜਾਂ ਲੱਗੀਆਂ ਹੋਈਆਂ ਨੇ ਔਰ ਸਤਿਗੁਰਾਂ ਨੂੰ ਟਿਕਾਣਾ ਦੇਣ ਦਾ ਮਤਲਬ ਹੀ ਜਾਨ ਉੱਪਰ ਖੇਡਣਾ ਹੈ। ਪਰ ਜਿਹੜੇ ਗੁਰੂ ਵੱਲ ਮੁੱਖ ਕਰ ਲੈਂਦੇ ਨੇ ਉਹ ਫਿਰ ਗੁਰੂ ਵੱਲੋਂ ਨਾ ਮੁੱਖ ਮੋੜਦੇ ਨੇ ਨਾ ਮਨ ਮੋੜਦੇ ਨੇ। ਜ਼ਮੀਂਦਾਰ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਸਾਡੇ ਲਈ ਇੰਨੇ ਤਸੀਹੇ ਤੁਸੀਂ ਝੱਲੇ ਨੇ ਜਿਸ ਦੀ ਕੋਈ ਹੱਦ ਨਹੀਂ, ਜਿਸ ਦਾ ਕੋਈ ਅੰਤ ਨਹੀਂ। ਆਪ ਜੀ ਦੀ ਕੋਈ ਸਹਾਇਤਾ ਅਸੀਂ ਕਰ ਸਕੀਏ ਐਸਾ ਤਾਂ ਸੰਭਵ ਹੀ ਨਹੀਂ, ਪਰ ਸਤਿਗੁਰੂ ਜਿੰਨੇ ਜੋਗੇ ਹਾਂ ਹਾਜ਼ਰ ਹਾਂ। ਖੁੱਲੀ ਥਾਂ ਦੇ ਨਾਲੋਂ ਇੱਕ ਹਵੇਲੀ ਹੈ ਤਾਂ ਕੱਚੀ ਹੀ। ਪਾਤਸ਼ਾਹ ਉੱਥੋਂ ਚੱਲ ਕੇ ਕੁਛ ਤਾਂ ਬਚਾਅ ਹੋਏਗਾ ਹੀ। कवि सैनपत जी ने ऐसा लिखा है कि खबर सुनी जमींदार ने मद बसे चमकौर, सुनत बचन तत्काल ही वह आयो उड़ दौर। हाथ जोर ऐसे कहो बेनती सुनो करतार, बसो मद चमकौर के अपनी कृपा तार। तवे स्वार साहिब पे छाड़ बाग की ठौर, सिंह साब सब ही लए
आए बसे चमकौर। उस दी गल सुन के सतगुरु जी चमकौर आ गए। अगले दिन 22 ਦਸੰਬਰ 1704 ਨੂੰ ਸੰਸਾਰ ਦਾ ਅਨੋਖਾ ਜੰਗ ਸ਼ੁਰੂ ਹੋਣਾ ਹੈ। ਇੱਕ ਪਾਸੇ ਕੇਵਲ ਤੇ ਕੇਵਲ 40 ਭੁੱਖੇ ਪਾਸੇ, ਭੁੱਖੇ ਪਾਣੀ ਤਿਹਾਏ ਪਿਆਸੇ ਥੱਕੇ ਹੋਏ, ਖੁੰਡੇ ਸ਼ਸਤਰਾਂ ਔਰ ਭੁੱਖੇ ਘੋੜਿਆਂ ਦੇ ਨਾਲ ਕੁਝ ਕੁ ਸਿੰਘ ਨੇ, ਔਰ ਦੂਸਰੇ ਪਾਸੇ 10 ਲੱਖ ਫੌਜ। ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਇਸ 10 ਲੱਖ ਫੌਜ ਦੀ ਗਵਾਹੀ ਭਰੀ ਗਈ ਹੈ। ਗੁਰਬਿਲਾਸ ਪਾਤਸ਼ਾਹੀ 10ਵੀਂ 'ਚ ਲਿਖਿਆ ਹੈ, ਸਮ ਮਖੀਆਂ ਤੁਰਕਨ ਗਨ ਆਏ, ਦੈ ਲਖਮਾਨ ਅੰਤ ਨਹੀਂ ਪਾਏ। ਸਮ ਮੱਖੀਆਂ, ਮੱਖੀਆਂ ਦੇ ਬਰਾਬਰ ਜਿਹੜਾ ਤੁਰਕ ਸਨ ਨਾ, ਜਿੱਦਾਂ ਮੱਖੀਆਂ ਭਿੰਨ ਪਣਾਉਂਦੀਆਂ ਨੇ, ਇਸ ਤਰ੍ਹਾਂ ਸਮ ਮੱਖੀਆਂ ਤੁਰਕਨ ਗਨ ਆਏ, ਭਾਵ ਉਹਨਾਂ ਦੀ ਗਿਣਤੀ ਗਣੀ ਨਹੀਂ ਸੀ ਜਾਂਦੀ, ਪਰ 10 ਲੱਖ ਮਾਨ ਅੰਤ ਨਹੀਂ ਪਾਏ। ਕਹਿੰਦੇ ਦੇਖਣ ਲੱਗਿਆਂ ਲੱਗਦਾ ਸੀ ਕਿ 10 ਲੱਖ ਹੈ, ਕਿਉਂਕਿ ਉਹਨਾਂ ਦਾ ਨਜ਼ਾਰਾ ਯਾਨੀ ਕਿ ਉਹਨਾਂ ਦੀ ਦੇਖਿਆ ਨਹੀਂ ਸੀ ਜਾ ਸਕਦਾ, ਉਹਨਾਂ ਦਾ ਅੰਤ ਨਹੀਂ ਸੀ ਪਾਇਆ ਜਾ ਸਕਦਾ, ਕਿਉਂਕਿ 10 ਲੱਖ ਬੰਦੇ ਖੜੇ ਹੋਣ, ਆਪ ਅੰਦਾਜ਼ਾ ਲਗਾ ਸਕਦੇ ਹੋ। ਗੁਰੂ ਜੀ ਨੇ ਆਪ ਜ਼ਫਰਨਾਮੇ ਦੇ ਵਿੱਚ ਵੀ ਇਸ ਦੀ ਗਵਾਹੀ ਭਰੀ ਹੈ ਕਿ ਇੱਕ ਪਾਸੇ ਤਾਂ ਮੇਰੇ ਭੁੱਖੇ 40 ਸਿੰਘ ਨੇ, ਔਰ ਦੂਸਰੇ ਪਾਸੇ ਤੇਰੇ 10 ਲੱਖ ਤਾਜ਼ਾ ਦਮ ਮੁਗਲ ਫੌਜ। ਸਤਿਗੁਰੂ ਜੀ ਕਹਿੰਦੇ ਨੇ, ਗੁਰਸਨਾਹ ਕੇ ਕਾਨੇ ਕੁਨੰਦ ਚਹਿਲਨਰ, ਇਹ ਜ਼ਫਰਨਾਮੇ ਦੇ ਵਿੱਚ ਪਾਤਸ਼ਾਹ ਨੇ ਲਿਖਿਆ, ਗੁਰਸਨਾਹ ਕੇ ਕਾਰੇ ਕੁਨੰਦ ਚਹਿਲਨਰ ਕਿ 10 ਲੱਖ ਬਕ ਆਇਦ ਬਰੋ ਬੇਖਬਰ। ਬਰੋ ਬੇਖਬਰ ਕਹਿੰਦੇ ਨੇ ਬਿਲਕੁਲ ਅਚਾਨਕ ਹੀ 10 ਲੱਖ ਫੌਜੀ ਤੇਰੇ ਉਸ ਚਮਕੌਰ ਦੀ ਗੜੀ ਦੇ ਆਸ-ਪਾਸ ਆ ਗਏ। ਗੁਰਸੋਭਾ ਦੇ ਸ਼ਬਦਾਂ ਦੇ ਵਿੱਚ ਕੁਝ ਇੱਦਾਂ ਹੀ ਲਿਖਿਆ ਹੈ, ਕਹਾਂ ਬੀਰ 40 ਛਡਾਵੰਤ ਪਾਰੇ, ਕਹਾਂ ਬੀਰ 40 ਛਡਾਵੰਤ ਪਾਰੇ, ਕਹਾਂ 9 ਲੱਖ ਆਏ ਹਕਾਰੇ। 9 ਲੱਖ ਭਾਵ 1 ਔਰ 9 ਲੱਖ ਭਾਵ 10 ਲੱਖ ਆਏ ਹਕਾਰੇ, ਹੰਕਾਰੇ ਹੋਏ, ਕਿਉਂਕਿ ਉਹਨਾਂ ਦੇ ਕੋਲ ਉਸ ਵਕਤ ਆਧੁਨਿਕ ਵੈਪਨਸ ਨੇ ਜਿਹੜੇ ਉੱਥੋਂ ਦੇ ਉਸ ਵਕਤ ਦੇ ਹੋਣਗੇ। ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਲੇਖ ਦੇ ਮੁਤਾਬਕ, ਅਬ 40 ਸਿੰਘ ਰਹੇ ਅਬ ਆਈ, 5 ਭਾਟੀਏ ਥੇ ਸੁਖਦਾਈ, 400 ਸਿੰਘ ਅਰੋੜੇ ਤਾਹੀਂ ਕਛ ਖਤਰੀ ਕਲਾਲ ਸਵਾਹੀ, 2 ਰੰਗਰੇਟੇ ਥੇ ਤਨਜਾਨਾ, 2 ਦਿਜ ਸਿੰਘ ਮਹਾਪ੍ਰਧਾਨਾ। ਨਵਾਬ ਵਜ਼ੀਰ ਖਾਂ ਨੇ ਸਵੇਰੇ ਹੀ ਢਿੰਡੋਰਾ ਪਿਟਵਾ ਦਿੱਤਾ ਕਿ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਥੀਆਂ ਸਮੇਤ ਪੇਸ਼ ਕਰ ਦੇਣ, ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਇਸ ਢੰਡੋਰੇ ਦਾ ਜਵਾਬ ਗੁਰੂ ਜੀ ਨੇ ਤੀਰਾਂ ਦੀ ਬਛਾੜ ਦੇ ਨਾਲ ਦਿੱਤਾ। ਮੁਗਲ ਫੌਜਾਂ ਨੇ ਵੀ ਤੀਰਾਂ ਦੀ ਬਛਾੜ ਸ਼ੁਰੂ ਕਰ ਦਿੱਤੀ, ਪਰ ਕਿਲੇ ਦੀ ਦੀਵਾਰ ਦੇ ਨੇੜੇ ਕਿਸੇ ਦੇ ਵੀ ਆਉਣ ਦੀ ਹਿੰਮਤ ਨਹੀਂ ਪਈ, ਨਾ ਹੀ ਕੋਈ ਕਿਲੇ ਦੇ ਨੇੜੇ ਆਉਣ ਦੀ ਹਿੰਮਤ ਹੀ ਕਰ ਸਕਿਆ। ਮੁਗਲਾਂ ਦੇ ਇੱਕ ਜਰਨੈਲ ਨਾਹਰ ਖਾਂ ਨੇ ਅੱਛੋ ਪੋਲੇ ਜੇ ਪੌੜੀ ਲਗਾ ਕੇ ਹਵੇਲੀ ਉੱਪਰ ਚੜ੍ਹਨਾ ਚਾਹਿਆ, ਗੜੀ ਉੱਪਰ ਚੜ੍ਹਨਾ ਚਾਹਿਆ। ਜਦ ਉਸ ਨੇ ਦੀਵਾਰ ਤੋਂ ਜਰਾ ਕੁ ਸਿਰ ਉੱਚਾ ਕੀਤਾ, ਸਤਿਗੁਰਾਂ ਨੇ ਤੀਰ ਦੇ ਨਾਲ ਉਸ ਨੂੰ ਉੱਥੇ ਚਿੱਤ ਕਰ ਦਿੱਤਾ। ਉਸ ਦੇ ਡਿੱਗਦਿਆਂ ਹੀ ਗਨੀ ਖਾਂ ਨੇ ਸਿਰ ਕੱਢਿਆ। ਗੁਰੂ ਜੀ ਨੇ ਗੁਰਜ ਦੇ ਨਾਲ ਉਸ ਦਾ ਸਿਰ ਭੰਨ ਕੇ ਮਿਜ ਕੱਢ ਦਿੱਤੀ। ਤੀਜਾ ਖਵਾਜਾ ਮੁਹੰਮਦ ਅਲੀ, ਜਿਸ ਨੂੰ ਗੁਰੂ ਜੀ ਨੇ ਬੁਜ਼ਦਿਲ ਤੇ ਡਰਪੋਕ ਹੋਣ ਕਾਰਨ ਮਰਦੂਦ ਲਿਖਿਆ ਹੈ, ਨੇ ਸਾਥੀਆਂ ਨੂੰ ਮਰਦੇ ਦੇਖ ਕੰਧ ਦਾ ਓਲਾ ਲੈ ਲਿਆ ਔਰ ਨੱਸ ਗਿਆ। ਪਾਤਸ਼ਾਹ ਜ਼ਫਰਨਾਮੇ 'ਚ ਜ਼ਿਕਰ ਕਰਦੇ ਨੇ, ਕਿਆ ਖਵਾਜੇ ਮਰਦੂਦ ਯਾਹਰ ਦੀਵਾਰ, ਕਿ ਤੂੰ ਦੀਵਾਰ ਦੇ ਵਿੱਚ ਛੁਪ ਗਿਆ ਸੀਗਾ। ਕਿਆ ਖਵਾਜੇ ਮਰਦੂਦ ਯਾਸਰ ਦੀਵਾਰ, ਭਾਵ ਯਾਸਰ ਦੀਵਾਰ ਦਾ ਆਸਰਾ ਲੈ ਕੇ ਉਹਦੇ ਓਲੇ ਹੋ ਗਿਆ ਸੀ। ਕਿਆ ਖਵਾਜਾ ਹੈ ਮਰਦੂਦ ਸਾਇਰ ਦੀਵਾਰ, ਬੇਮੁਦਾ ਨਜ਼ਾਦਤ ਬਮਰਦਾ ਨਵਾਰ, ਦਰੇਗ ਅਗਰ ਰੋਏ ਅਦੀਦ ਨੇ, ਬਕ ਯਕਲਾਚਾਰ ਬਖਸ਼ੰਦਨ। ਸਤਿਗੁਰ ਕਹਿੰਦੇ ਨੇ, ਮੈਂ ਤੈਨੂੰ ਦੇਖ ਨਹੀਂ ਸਕਿਆ। ਪਾਤਸ਼ਾਹ ਕਹਿੰਦੇ ਨੇ, ਅਗਰ ਮੈਂ ਤੈਨੂੰ ਦੇਖ ਲੈਂਦਾ, ਦਰੇਗ ਅਗਰ ਰੋਏ ਉਹ ਦੀਦਨ, ਦੀਦਨ ਦਾ ਮਤਲਬ ਦੇਖਣਾ, ਕਿ ਅਗਰ ਮੈਂ ਤੈਨੂੰ ਕਿਸੇ ਤਰੀਕੇ ਦੇਖ ਲੈਂਦਾ, ਪਾਤਸ਼ਾਹ ਕਹਿੰਦੇ ਨੇ, ਬਾਯਕ ਤੀਰ ਲਾਚਾਰ ਬੇਕਸ਼ਨ, ਕਿ ਇੱਕ ਤੀਰ ਮੈਂ ਤੈਨੂੰ ਵੀ ਬਖਸ਼ ਦਿੰਦਾ, ਪਰ ਮੈਂ ਕਿਉਂਕਿ ਤੈਨੂੰ ਦੇਖ ਨਹੀਂ ਸਕਿਆ, ਇਸ ਕਰਕੇ ਤੂੰ ਬਚ ਗਿਆ। ਲਤੀਫ ਨੇ ਵੀ ਲਿਖਿਆ ਹੈ ਕਿ ਖਵਾਜਾ ਮਹਿਮੂਦ ਅਲੀ ਨੇ ਇੱਕ ਏਲਚੀ ਵੀ ਚਮਕੌਰ ਦੀ ਗੜੀ ਦੇ ਅੰਦਰ ਭੇਜਿਆ, ਜਿਸ ਪੈਗਾਮ ਦੇਣ ਉੱਪਰ ਕੁਝ ਕੋਝੇ ਸ਼ਬਦ ਗੁਰੂ ਜੀ ਦੀ ਸ਼ਾਨ ਦੇ ਵਿੱਚ ਬੋਲੇ। ਤਾਂ ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਤੂੰ ਲਈ ਔਰ ਕਿਹਾ ਕਿ ਜੇ ਤੂੰ ਕੁਝ ਹੋਰ ਸ਼ਬਦ ਬੋਲੇ ਤਾਂ ਸਿਰ ਧੜ ਨਾਲੋਂ ਉਤਾਰ ਦਿਆਂਗਾ ਔਰ ਟੋਟੇ ਟੋਟੇ ਕਰ ਦਿਆਂਗਾ, ਔਰ ਇਸ ਵਕਤ ਇੱਥੋਂ ਚੁੱਪ ਕਰਕੇ ਚਲਾ ਜਾ, ਕਿਉਂਕਿ ਤੂੰ ਸਾਡੇ ਇਸ ਵਕਤ ਜਗ੍ਹਾ ਉੱਪਰ ਖੜਾ ਹੈ ਜਿੱਥੇ ਅਸੀਂ ਦੁਸ਼ਮਣ ਨੂੰ ਪਰਵਾਰ ਵੀ ਨਹੀਂ ਕਰ ਸਕਦੇ।
बाकी ਦੀਆਂ ਗੱਲਾਂ मैदान ਦੇ जंग ਦੇ ਵਿੱਚ ਹੋਣਗੀਆਂ। ऐसा लतीफ़ ने लिखा है पन्ना 265 कहता utter another word and I will smite your head from your body. I cut you into the pieces for daring so to address our chief. कहते इस वक्त मैनू मेरे चीफ भाव गुरु गोबिंद सिंह जी की इजाजत नहीं है, अन्यथा शायद तू इस वक्त तक जिउंदा इत्थे ना बचिया हुंदा। ये गुरसपूत गुरसिख चढ़दी कला का प्रतीक दे रहे ने। एक पासे ਸਿੰਘਾਂ ਦੀ ਵੀਰਤਾ है, दूजे पासे मुगल सरदारां ਦੀ ਕਾਇਰਤਾ ने मुगल फौजां ਦੇ ਵਿੱਚ घबराहट पैदा कर ਦਿੱਤੀ। नवाब सरहंद ने मौका संभालदे होए अपनी फौज ਨੂੰ ਇੱਕੋ ਵਾਰ ਹਮਲਾ ਕਰਨ ਦਾ ਐਲਾਨ ਕੀਤਾ। ਇਸ ਤੋਂ ਗੁਰੂ ਜੀ ਨੇ ਹੱਲੇ ਦੇ ਟਾਕਰੇ ਦੇ ਲਈ ਹੁਣ 5 ਸਿੰਘਾਂ ਦੇ ਜੱਥੇ ਕਿਲੇ ਦੀ ਦੀਵਾਰ ਤੋਂ ਬਾਹਰ ਭੇਜਣੇ ਸ਼ੁਰੂ ਕੀਤੇ। ਕਿਲੇ ਦੀਆਂ ਚਾਰੇ ਬਾਹੀਆਂ ਤੋਂ ਵੀ ਕੁਝ ਸਿੰਘ ਸਤਿਗੁਰਾਂ ਜੀ ਨੇ ਮੁਗਲ ਫੌਜਾਂ ਵੱਲ ਮੂੰਹ ਕਰਕੇ ਖੜੇ ਕਰ ਦਿੱਤੇ। ਗੁਰੂ ਜੀ ਆਪ ਕੁਝ ਸਿੰਘਾਂ ਔਰ ਸਾਹਿਬਜ਼ਾਦਿਆਂ ਦੇ ਨਾਲ ਗੜੀ ਦੀ ਮਮਟੀ ਉੱਪਰ ਜਾ ਚੜੇ। ਭਾਈ ਮਦਨ ਸਿੰਘ ਜੀ ਔਰ ਭਾਈ ਕੋਡਾ ਸਿੰਘ ਜੀ ਨੂੰ ਗੜੀ ਦੇ ਦਰਵਾਜ਼ੇ ਦੇ ਲਾਗੇ ਖੜਾ ਕਰ ਦਿੱਤਾ ਗਿਆ। ਬਾਹਰ ਨਿਕਲਦੇ ਸਾਰ ਹੀ ਸਿੰਘ ਸੂਰਮਿਆਂ ਨੇ ਵਧੀ ਆ ਰਹੀ ਫੌਜ ਨੂੰ ਅੱਗੋਂ ਪੂਰੀ ਤਰ੍ਹਾਂ ਦੇ ਨਾਲ ਠੱਲ ਪਾਇਆ। ਸਿੰਘ ਲੜ ਰਹੇ ਸਨ ਔਰ ਜਕਾਰੇ ਚੁੜਾ ਰਹੇ ਸਨ। ਚਮਕੌਰ ਦੀ ਜੰਗ ਦਾ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਭੱਖ ਗਿਆ ਸੀ ਔਰ ਸਿੰਘਾਂ ਦੇ ਜਕਾਰੇ ਔਰ ਫੌਜੀਆਂ ਦੀਆਂ ਤੋਪਾਂ, ਬੰਦੂਕਾਂ ਔਰ ਕਿਰਪਾਨਾਂ ਦੀਆਂ ਆਵਾਜ਼ਾਂ ਔਰ ਹਾਹਾਕਾਰ ਪੂਰੀ ਤਰ੍ਹਾਂ ਦੇ ਨਾਲ ਸੁਣਾਈ ਦੇ ਰਹੀ ਸੀ। ਆਸਮਾਨ ਵਿੱਚ ਬਿਜਲੀਆਂ ਚਮਕਣੀਆਂ ਸ਼ੁਰੂ ਹੋ ਗਈਆਂ ਸਨ। ਚਮਕੌਰ ਦੀ ਗੜੀ ਦਾ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਪੱਕ ਗਿਆ ਹੈ। ਜੰਗ ਸ਼ੁਰੂ ਹੋ ਗਈ। ਬੋਲੇ ਸੋਨਿਹਾਲ ਗੁਰ ਕੇ ਸਿੱਖਾਂ ਦੇ ਜਕਾਰੇ। ਔਰ ਇਸ ਬੰਦੂਕਾਂ ਤੋਪਾਂ ਕਿਰਪਾਨਾਂ ਦੀ ਆਵਾਜ਼ ਦੇ ਵਿੱਚ ਸਿੰਘ ਅੱਗੇ ਤੋਂ ਅੱਗੇ ਵਧ ਰਹੇ ਨੇ। ਬਾਹਰ ਨਿਕਲਦੇ ਸਾਰੀ ਸਿੰਘ